ਸਿਮਰਜੀਤ ਸਿੰਘ ਬੈਂਸ ਦੀ ਇੱਕ ਦਿਨਾ ਪੁਲਿਸ ਰਿਮਾਂਡ ਹੋਈ ਖਤਮ। ਕੋਰਟ ਵਿੱਚ ਪੇਸ਼ੀ ਤੋਂ ਬਾਅਦ ਬੈਂਸ ਨੂੰ 14 ਦਿਨ ਲਈ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ। ਦੱਸਦੀਏ ਕਿ ਬਲਾਤਕਾਰ ਮਾਮਲੇ ਵਿੱਚ ਬੈਂਸ ਅਤੇ ਉਹਨਾਂ ਦੇ ਭਰਾ ਬਲਵਿੰਦਰ ਸਿੰਘ ਬੈਂਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿੱਥੇ ਅੱਜ ਪੇਸ਼ੀ ਤੋਂ ਬਾਅਦ ਸਿਮਰਜੀਤ ਸਿੰਘ ਬੈਂਸ ਨੂੰ 14 ਦਿਨ ਲਈ ਫਿਰ ਜੇਲ੍ਹ ਭੇਜ ਦਿੱਤਾ ਗਿਆ। ਕਬੂਤਰਬਾਜ਼ੀ ਕੇਸ ਵਿੱਚ ਮਿਲੀ 2 ਸਾਲ ਦੀ ਕੈਦ ਦੀ ਸਜ਼ਾ ਕੱਟ ਰਹੇ ਸਿੰਗਰ ਦਲੇਰ ਮਹਿੰਦੀ ਹੁਣ ਹਾਈ ਕੋਰਟ ਪਹੁੰਚ ਗਏ ਨੇ। ਉਹਨਾਂ ਨੇ ਹਾਈ ਕੋਰਟ ਤੋਂ ਸਜ਼ਾ ਰੱਦ ਕਰਨ ਦੀ ਮੰਗ ਕੀਤੀ ਹੈ ਅਤੇ ਇਸ ਦੇ ਖਿਲਾਫ ਯਾਚਿਕਾ ਵੀ ਦਾਇਰ ਕੀਤੀ ਹੈ, ਜਿਸ ਤੇ ਹਾਈ ਕੋਰਟ ਜਲਦ ਹੀ ਸੁਣਵਾਈ ਕਰ ਸਕਦਾ ਹੈ। ਦੱਸਦੀ ਹੈ ਕਿ 2003 ਵਿੱਚ ਕਬੂਤਰਬਾਜ਼ੀ ਮਾਮਲੇ ਵਿੱਚ ਗਾਇਕ ਨੂੰ 2 ਸਾਲ ਦੀ ਸਜ਼ਾ ਹੋਈ ਸੀ। ਕੇਂਦਰ ਸਰਕਾਰ ਦੁਆਰਾ ਕਿਸਾਨਾਂ ਲਈ ਵੱਡਾ ਕਦਮ ਚੁੱਕਦੇ ਹੋਏ MSP ਅਤੇ ਖੇਤੀ ਦੇ ਹੋਰ ਮੁੱਦਿਆਂ ਨੂੰ ਲੈ ਕੇ 29 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਨੂੰ ਲੈ ਕੇ ਸੰਸਦ ਮੈਂਬਰ ਰਾਘਵ ਚੱਡਾ ਨੇ ਸੰਸਦ ਦੇ ਸਕੱਤਰ ਵਿੱਚ ਚਰਚਾ ਲਈ ਨੋਟਿਸ ਦਿੱਤਾ। ਉਹਨਾਂ ਕੇਂਦਰ ਸਰਕਾਰ ਦੇ ਇਸ ਕਦਮ ਤੇ ਸਵਾਲ ਚੁੱਕੇ ਨੇ ਅਤੇ ਨਾਲ ਹੀ ਇਸ ਤੇ ਚਰਚਾ ਲਈ ਨੋਟਿਸ ਵੀ ਦਿੱਤਾ। ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਕਹਿਣ ਤੇ ਸੰਗਰੂਰ ਤੋਂ MP ਸਿਮਰਨਜੀਤ ਸਿੰਘ ਮਾਨ ਦੀਆਂ ਵਧੀਆਂ ਮੁਸ਼ਕਲਾਂ। ਇਸ ਬਿਆਨ ਲਈ ਉਹਨਾਂ ਖਿਲਾਫ ਦਿੱਲੀ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਹ FIR ਦਿੱਲੀ ਭਾਜਪਾ ਮਹਿਲਾ ਮੋਰਚਾ ਦੀ ਜਨਰਲ ਸਕੱਤਰ ਟੀਨਾ ਕਪੂਰ ਸ਼ਰਮਾ ਨੇ ਦਰਜ ਕਰਵਾਈ ਹੈ। ਉਹਨਾਂ ਨੇ ਕਿਹਾ ਅਜਿਹਾ ਬਿਆਨ ਰਾਸ਼ਟਰ ਵਿਰੋਧੀ। ਕੇਂਦਰੀ ਜੇਲ੍ਹਾਂ ਵਿੱਚ ਨਸ਼ਿਆਂ ਦੀ ਰੋਕਥਾਮ ਲਈ ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਸਾਰੀਆਂ ਜੇਲ੍ਹਾਂ ਵਿੱਚ ਬੰਦ ਮੁਲਜ਼ਮਾਂ ਦਾ ਡੋਪ ਟੈਸਟ ਕਰਵਾਇਆ ਜਾ ਰਿਹਾ ਹੈ। ਪਹਿਲੇ ਪੜਾਅ ਦੇ ਤਹਿਤ ਨਾਭਾ, ਮਾਨਸਾ, ਬਰਨਾਲਾ, ਅੰਮ੍ਰਿਤਸਰ, ਮਲੇਰਕੋਟਲਾ, ਫਾਜ਼ਿਲਕਾ, ਹੁਸ਼ਿਆਰਪੁਰ ਦੀਆਂ ਜੇਲ੍ਹਾਂ ਵਿੱਚ ਬੰਦ ਕੈਦੀਆਂ ਅਤੇ ਬੰਦੀਆਂ ਦੇ ਡੋਪ ਟੈਸਟ ਕੀਤੇ ਗਏ ਨੇ। ਜੇਲ੍ਹ ਵਿੱਚ ਬੰਦ ਗੈਂਗਸਟਰਾਂ ਦੇ ਵੀ ਡੋਪ ਟੈਸਟ ਕੀਤੇ ਜਾਣਗੇ। ਇਹ ਟੈਸਟ 23 ਤੋਂ 24 ਜੁਲਾਈ ਨੂੰ ਸਿਵਲ ਹਸਪਤਾਲ ਦੀ ਟੀਮ ਵੱਲੋਂ ਕੀਤੇ ਜਾਣਗੇ। ਪੰਜਾਬ ਤੋਂ ਰਾਜ ਸਭਾ ਮੈਂਬਰ ਚੁਣੇ ਗਏ ਵਿਕਰਮਜੀਤ ਸਿੰਘ ਸਾਹਨੀ ਨੇ ਮੈਂਬਰਸ਼ਿਪ ਦੀ ਸਹੁੰ ਚੁੱਕਦੇ ਸਾਰ ਹੀ ਕੀਤਾ ਵੱਡਾ ਐਲਾਨ। ਕਿਹਾ ਆਪਣੇ ਕਾਰਜਕਾਲ ਦੇ 6 ਸਾਲਾਂ ਦੀ ਤਨਖਾਹ ਕਰਾਂਗਾ ਦਾਨ। ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰਾਂ ਦੇ ਪੰਜਾਬੀ ਵਿਦਿਆਰਥੀਆਂ ਦੀ ਪੜ੍ਹਾਈ ਲਈ ਦਾਨ ਕਰਨਗੇ ਆਪਣੀ ਤਨਖਾਹ। ਲੁਧਿਆਣਾ ਦੇ ਉਪਕਾਰ ਨਗਰ 'ਚ 16 ਸਾਲ ਲੜਕੀ ਦੀ ਭੇਤ ਭਰੇ ਹਾਲਾਤਾਂ 'ਚ ਮੌਤ ਹੋ ਗਈ ਹੈ। ਲੜਕੀ ਪਿਛਲੇ 3 ਸਾਲਾਂ ਤੋਂ ਕੋਠੀ 'ਚ ਕੰਮ ਕਰਦੀ ਸੀ। ਲੜਕੀ ਦੀ ਮੌਤ ਦੀ ਖਬਰ ਸੁਣਦਿਆਂ ਹੀ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਇਲਾਕੇ 'ਚ ਪੁਲਿਸ ਫੋਰਸ ਤੈਨਾਤ ਕਰ ਦਿੱਤੀ ਗਈ ਹੈ। ਪਰਿਵਾਰਕ ਮੈਂਬਰ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰ ਰਹੇ ਨੇ। ਫਿਲਹਾਲ ਪੁਲਿਸ ਮੌਕੇ ਤੇ ਪਹੁੰਚ ਕੇ ਜਾਂਚ ਕਰ ਰਹੀ ਹੈ। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਦਿੱਤੇ ਆਦੇਸ਼। ਸ਼ਹਿਰ ਦੇ ਰੈਸਟੋਰੈਂਟ, ਢਾਬੇ, ਕਲੱਬ, ਆਈਸਕ੍ਰੀਮ ਪਾਰਲਰ ਹੁਣ 12 ਵਜੇ ਤੋਂ ਪਹਿਲਾਂ ਪੂਰਨ ਬੰਦ ਕਰ ਦਿੱਤੇ ਜਾਣਗੇ। ਇਹ ਹੁਕਮ ਪੁਲਿਸ ਕਮਿਸ਼ਨਰ ਲੁਧਿਆਣਾ ਕੌਸਤੁਭ ਸ਼ਰਮਾ ਨੇ ਦਿੱਤੇ ਨੇ, ਜਿਸ ਦਾ ਕਾਰਨ ਦੇਰ ਰਾਤ ਹੋ ਰਹੀਆਂ ਲੁੱਟਾਂ ਖੋਹਾਂ ਨੇ, ਜਿਨ੍ਹਾਂ ਨੂੰ ਰੋਕਣ ਲਈ ਇਹ ਫੈਸਲਾ ਲਿਆ ਗਿਆ। ਸ਼ਹਿਰ ਦੇ ਸਿਵਲ ਹਸਪਤਾਲ ਵਿੱਚ 14 ਸਾਲ ਦੇ ਲੜਕੇ ਦੇ ਕਤਲ ਮਾਮਲੇ ਵਿੱਚ 8 ਆਰੋਪੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਨੇ ਕਿਹਾ ਕਿ EWS ਕਲੋਨੀ ਵਿੱਚ 15 ਜੁਲਾਈ ਨੂੰ 2 ਪੱਖਾਂ ਵਿੱਚ ਲੜਾਈ ਹੋਈ ਸੀ, ਜਿਸ ਤੋਂ ਬਾਅਦ ਸਮਝੌਤਾ ਹੋਇਆ ਸੀ। ਮ੍ਰਿਤਕ ਸਾਵਨ ਕੁਮਾਰ ਆਪਣੇ ਭਰਾ ਦੇ ਨਾਲ ਸਿਵਲ ਹਸਪਤਾਲ ਆਇਆ ਸੀ, ਜਿੱਥੇ ਕੁਝ ਲੋਕਾਂ ਨੇ ਉਸ ਤੇ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਸਾਬਕਾ ਉਪ ਮੁੱਖ ਮੰਤਰੀ ਅਤੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਮੂਸੇਵਾਲ ਦੇ ਪਿਤਾ ਨੂੰ ਮਿਲਣ ਪਹੁੰਚੇ, ਜਿੱਥੇ ਉਹਨਾਂ ਨਾਲ ਦੁੱਖ ਸਾਂਝਾ ਕਰਕੇ ਉਹਨਾਂ ਦਾ ਹੌਸਲਾ ਵਧਾਇਆ। ਉਹਨਾਂ ਦੀ ਇੱਕ ਤਸਵੀਰ ਸੋਸ਼ਲ ਮੀਡੀਆ ਤੇ ਵੇਖਣ ਨੂੰ ਮਿਲੀ, ਜਿਸ ਵਿੱਚ ਉਹ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨਾਲ ਦੁੱਖ ਸਾਂਝਾ ਕਰਦੇ ਹੋਏ ਨਜ਼ਰ ਆ ਰਹੇ ਨੇ। ਅਰਵਿੰਦ ਕੇਜਰੀਵਾਲ ਨੂੰ ਸਿੰਗਾਪੁਰ 'ਚ ਇੱਕ ਸੰਮੇਲਨ 'ਚ ਸ਼ਾਮਲ ਹੋਣ ਲਈ ਰਾਜਨੀਤਿਕ ਕਾਰਨਾਂ ਕਾਰਨ ਮਨਜ਼ੂਰੀ ਨਹੀਂ ਦਿੱਤੀ ਜਾ ਰਹੀ। ਉਹਨਾਂ ਨੇ ਕਿਹਾ ਕਿ ਮੈਂ ਕੋਈ ਅਪਰਾਧੀ ਨਹੀਂ ਹਾਂ। ਕੇਜਰੀਵਾਲ ਨੇ ਕਿਹਾ ਕਿ ਸਿੰਗਾਪੁਰ 'ਚ ਵਿਸ਼ਵ ਨਗਰ ਸਿਖਰ ਸੰਮੇਲਨ 'ਚ ਹਿੱਸਾ ਲੈਣ ਲਈ ਉਹਨਾਂ ਨੂੰ ਉਸ ਦੇਸ਼ ਦੀ ਸਰਕਾਰ ਨੇ ਸੱਦਾ ਦਿੱਤਾ ਸੀ, ਜਿੱਥੇ ਉਹ ਵਿਸ਼ਵ ਨੇਤਾਵਾਂ ਦੇ ਸਾਹਮਣੇ ਦਿੱਲੀ ਮਾਡਲ ਪੇਸ਼ ਕਰਨਗੇ ਅਤੇ ਭਾਰਤ ਦਾ ਨਾਮ ਰੋਸ਼ਨ ਕਰਨਗੇ। ਆਮ ਆਦਮੀ ਪਾਰਟੀ ਦੇ ਸਾਂਸਦਾਂ ਨੇ ਅਰਵਿੰਦ ਕੇਜਰੀਵਾਲ ਨੂੰ ਸਿੰਗਾਪੁਰ ਦਾ ਦੌਰਾ ਨਾ ਕਰਨ ਦੇਣ ਦੇ ਵਿਰੋਧ 'ਚ ਕੀਤਾ ਰੋਸ ਪ੍ਰਦਰਸ਼ਨ। ਸੰਸਦ ਭਵਨ 'ਚ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਦਿੱਤਾ ਧਰਨਾ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਰਕਾਰ ਵੱਲੋਂ ਖਾਣ ਪੀਣ ਦੀਆਂ ਵਸਤੂਆਂ ਤੇ ਲਗਾਏ GST ਨੂੰ ਵਾਪਸ ਲੈਣ ਦੀ ਕੀਤੀ ਮੰਗ। ਕੇਜਰੀਵਾਲ ਨੇ ਕਿਹਾ ਕਿ ਇੱਕ ਪਾਸੇ ਤਾਂ ਪੂਰਾ ਦੇਸ਼ ਮਹਿੰਗਾਈ ਨਾਲ ਜੂਝ ਰਿਹਾ, ਦੂਜੇ ਪਾਸੇ ਕੇਂਦਰ ਸਰਕਾਰ ਨੇ ਖਾਣ ਪੀਣ ਦੀਆਂ ਚੀਜ਼ਾਂ ਤੇ ਟੈਕਸ ਲਗਾ ਕੇ ਇਹਨਾਂ ਨੂੰ ਹੋਰ ਕੀਤਾ ਮਹਿੰਗਾ। ਵਿਰੋਧੀ ਉਮੀਦਵਾਰ ਮਾਰਗਰੇਟ ਅਲਵਾ ਨੇ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਨਾਮਜ਼ਦਗੀ ਕੀਤੀ ਦਾਖਲ। ਰਾਹੁਲ ਗਾਂਧੀ ਸਮੇਤ ਕਈ ਵਿਰੋਧੀ ਧਿਰ ਦੇ ਆਗੂ ਰਹੇ ਮੌਜੂਦ। ਅੱਜ ਨਾਮਜ਼ਦਗੀਆਂ ਦਾ ਸੀ ਆਖਰੀ ਦਿਨ। ਇਸ ਦੌਰਾਨ ਵਿਰੋਧੀ ਪਾਰਟੀਆਂ ਨੇ ਕਾਂਗਰਸ ਦੀ ਸੀਨੀਅਰ ਆਗੂ ਮਾਰਗਰੇਟ ਅਲਵਾ ਨੂੰ ਉਤਾਰਿਆ ਚੋਣ ਮੈਦਾਨ 'ਚ। ਕੇਂਦਰ ਸਰਕਾਰ ਨੇ ਖੇਤੀ ਦੇ ਖੇਤਰ 'ਚ ਬਦਲਾਅ ਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਲਿਆ ਵੱਡਾ ਫੈਸਲਾ। MSP ਲਈ ਇੱਕ ਕਮੇਟੀ ਦਾ ਕੀਤਾ ਗਠਨ। ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਕਿਸਾਨ ਅੰਦੋਲਨ ਕਰਨ ਵਾਲੇ ਸੰਯੁਕਤ ਕਿਸਾਨ ਮੋਰਚਾ ਨੇ ਆਪਣੇ ਨੁਮਾਇੰਦਿਆਂ ਦੇ ਨਾਂ ਅਜੇ ਤੱਕ ਕਮੇਟੀ ਲਈ ਨਹੀਂ ਭੇਜੇ। ਸੰਯੁਕਤ ਕਿਸਾਨ ਮੋਰਚੇ ਵੱਲੋਂ 3 ਨਾਵਾਂ ਦੀ ਅਜੇ ਤੱਕ ਉਡੀਕ। ਸੰਸਦ ਦੇ ਮਾਨਸੂਨ ਸੈਸ਼ਨ ਦੇ ਦੂਜੇ ਦਿਨ ਕਾਂਗਰਸ ਨੇ ਮਹਿੰਗਾਈ ਨੂੰ ਲੈ ਕੇ ਕੀਤਾ ਹੰਗਾਮਾ। ਕਾਂਗਰਸ ਦੇ ਸਾਂਸਦਾਂ ਨੇ ਸੰਸਦ ਭਵਨ ਕੰਪਲੈਕਸ 'ਚ ਮਹਾਤਮਾ ਗਾਂਧੀ ਦੀ ਮੂਰਤੀ ਅੱਗੇ ਕੀਤਾ ਰੋਸ ਪ੍ਰਦਰਸ਼ਨ। ਮਹਿੰਗਾਈ ਨੂੰ ਲੈ ਕੇ ਸਰਕਾਰ ਦੇ ਖਿਲਾਫ ਸੰਸਦ ਦੇ ਅੰਦਰ ਅਤੇ ਬਾਹਰ ਖੋਲ੍ਹਿਆ ਮੋਰਚਾ। ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ।
ਸੁਪਰੀਮ ਕੋਰਟ ਨੇ ਸੂਬੇ ਅਤੇ ਕੇਂਦਰ ਸ਼ਾਸਿਤ ਸੂਬਿਆਂ ਨੂੰ ਬਿਨਾਂ ਸਮਾਂ ਗਵਾਏ ਕੋਵਿਡ-19 ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਆਵਜ਼ੇ ਦਾ ਭੁਗਤਾਨ ਕਰਨ ਦੇ ਦਿੱਤੇ ਨਿਰਦੇਸ਼। ਜਸਟਿਸ ਐਮਵਾਰ ਸ਼ਾਹ ਅਤੇ ਬੀਵੀ ਨਾਗਰਤਨ ਦੀ ਬੈਂਚ ਨੇ ਕਿਹਾ, ਜੇਕਰ ਕਿਸੇ ਦਾਅਵੇਦਾਰ ਨੂੰ ਮੁਆਵਜ਼ੇ ਦਾ ਭੁਗਤਾਨ ਨਾ ਕੀਤਾ ਜਾਵੇ ਜਾਂ ਫਿਰ ਉਹਨਾਂ ਦਾ ਦਾਅਵਾ ਠੁਕਰਾਏ ਜਾਣ ਦੇ ਸੰਬੰਧ ਵਿੱਚ ਕੋਈ ਸ਼ਿਕਾਇਤ ਹੈ ਤਾਂ ਉਹ ਸੰਬੰਧਿਤ ਸ਼ਿਕਾਇਤ ਨਿਵਾਰਨ ਕਮੇਟੀ ਨੂੰ ਦੱਸੇ 4 ਹਫ਼ਤੇ ਅੰਦਰ ਫੈਸਲਾ ਲੈਣ ਦਾ ਜਾਰੀ ਕੀਤਾ ਨਿਰਦੇਸ਼। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੇਂਦਰ ਤੇ ਖਾਣ ਪੀਣ ਵਾਲੀਆਂ ਵਸਤੂਆਂ ਨੂੰ ਜੀਐਸਟੀ ਦੇ ਦਾਇਰੇ 'ਚ ਲਿਆਉਣ ਲਈ ਵਸੂਲੀ ਸਰਕਾਰ ਹੋਣ ਦਾ ਲਗਾਇਆ ਦੋਸ਼। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ, ਮਹਿੰਗਾਈ ਦੇ ਮੁੱਦੇ ਤੇ ਜਨਤਾ ਦੇ ਸਾਹਮਣੇ ਦੇਣਾ ਪਵੇਗਾ ਜਵਾਬ। ਉਹਨਾਂ ਨੇ ਇੱਕ ਪੋਸਟ ਸਾਂਝੀ ਕਰਕੇ ਕਿਹਾ, ਅਬਕੀ ਬਾਰ ਵਸੂਲੀ ਸਰਕਾਰ ਹੁਣ ਤੋਂ ਦੁੱਧ, ਦਹੀਂ, ਮੱਖਣ, ਚੌਲ, ਦਾਲਾਂ, ਬ੍ਰੈਡ ਵਰਗੇ ਪੈਕ ਕੀਤੇ ਉਤਪਾਦਾਂ ਤੇ ਜਨਤਾ ਤੋਂ 5% ਜੀਐਸਟੀ ਵਸੂਲੇਗੀ ਸਰਕਾਰ। ਦਿੱਲੀ ਦੇ ਹੈਦਰਪੁਰ ਜਲ ਸਪਲਾਈ ਪਲਾਂਟ 'ਚ ਤੈਨਾਤ ਇੱਕ ਪੁਲਿਸ ਮੁਲਾਜ਼ਮ ਨੇ ਆਪਣੇ 3 ਸਾਥੀਆਂ ਦੀ ਗੋਲੀ ਮਾਰ ਕੀਤੀ ਹੱਤਿਆ। ਮੁਲਜ਼ਮ ਅਤੇ ਤਿੰਨੋਂ ਮ੍ਰਿਤਕ ਸਿੱਕਮ ਪੁਲਿਸ ਦੇ ਜਵਾਨ IRB ਦੇ ਹਿੱਸੇ ਦੇ ਤੌਰ ਤੇ ਪਲਾਂਟ ਦੀ ਸੁਰੱਖਿਆ ਲਈ ਸਨ ਤੈਨਾਤ। ਮੁਲਜ਼ਮ ਦਾ ਦੋਸ਼ ਹੈ ਕਿ ਉਹਨਾਂ ਉਸ ਦੀ ਪਤਨੀ ਤੇ ਕੀਤੀ ਸੀ ਇਤਰਾਜ਼ਯੋਗ ਟਿੱਪਣੀ। 2 ਦੀ ਮੌਕੇ ਤੇ ਹੀ ਮੌਤ, ਤੀਜੇ ਦੀ ਹਸਪਤਾਲ ਪਹੁੰਚ ਕੇ ਹੋਈ ਮੌਤ। ਮੁਲਜ਼ਮ ਨੇ ਕੀਤਾ ਆਤਮ ਸਮਰਪਣ। ਕਾਰਗਿਲ ਯੁੱਧ ਵਿੱਚ ਪਾਕਿਸਤਾਨ ਤੇ ਜਿੱਤੇ 23 ਸਾਲ ਹੋਏ ਪੂਰੇ। ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਦੇ ਸਮਾਗਮ 'ਚ ਹਿੱਸਾ ਲੈਣ ਲਈ ਭਾਰਤੀ ਫੌਜ ਨੇ ਨਵੀਂ ਦਿੱਲੀ ਤੋਂ ਕਾਰਗਿਲ ਯੁੱਧ ਸਮਾਰਕ ਲਦਾਖ ਤੱਕ ਇੱਕ ਮੋਟਰਸਾਈਕਲ ਮੁਹਿੰਮ ਦਾ ਕੀਤਾ ਆਯੋਜਨ। ਟੀਮ ਮੈਂਬਰਾਂ ਦੀ ਰੈਲੀ ਨੂੰ ਰਾਸ਼ਟਰੀ ਯੁੱਧ ਸਮਾਰਕ ਨਵੀਂ ਦਿੱਲੀ ਤੋਂ ਝੰਡੀ ਦੇ ਕੇ ਕੀਤਾ ਰਵਾਨਾ। ਹਰਿਆਣਾ ਦੇ ਨੂਹ ਇਲਾਕੇ ਵਿੱਚ ਮਾਈਨਿੰਗ ਮਾਫੀਆ ਨੇ ਪੁਲਿਸ ਦੇ ਡੀਐਸਪੀ ਸੁਰਿੰਦਰ ਬਿਸ਼ਨੋਈ ਤੇ ਚੜਾਈ ਗੱਡੀ। ਡੀਐਸਪੀ ਦੀ ਮੌਕੇ ਤੇ ਹੀ ਮੌਤ। ਹੋ ਰਹੀ ਹੈ ਨਾਜਾਇਜ਼ ਮਾਈਨਿੰਗ ਤੇ ਕੀਤੀ ਗਈ ਸੀ ਰੇਡ। ਗੱਡੀ ਨੂੰ ਰੋਕਣ ਦੀ ਕੀਤੀ ਸੀ ਕੋਸ਼ਿਸ਼। ਮੁਲਜ਼ਮਾਂ ਨੇ ਡੀਐਸਪੀ ਤੇ ਚੜਾਇਆ ਟਿੱਪਰ। ਜੰਮੂ ਪੁਲਿਸ ਵੱਲੋਂ ਲਸ਼ਕਰ ਤੇ 7 ਅੱਤਵਾਦੀਆਂ ਨੂੰ ਕੀਤਾ ਗ੍ਰਿਫਤਾਰ ਅੱਤਵਾਦੀ ਮੁਨੀਰ ਦੀ ਨਿਸ਼ਾਨਦੇਹੀ ਤੇ ਪੁਲਿਸ ਵੱਲੋਂ ਉਸ ਦੇ ਘਰ AK-47, 5 ਪਿਸਤੌਲ, 8 ਗ੍ਰੇਨੇਡ, ਇੱਕ ਵਜ਼ਨ ਤੋਲਣ ਵਾਲੀ ਮਸ਼ੀਨ ਅਤੇ ਭਾਰੀ ਮਾਤਰਾ 'ਚ ਗੋਲਾ ਬਾਰੂਦ ਕੀਤਾ ਬਰਾਮਦ। ਹਿਮਾਚਲ ਪ੍ਰਦੇਸ਼ ਦੇ ਕਿੰਨਰ ਜ਼ਿਲ੍ਹੇ 'ਚ ਭਾਰਤ-ਤਿੱਬਤ ਸਰਹੱਦ ਤੇ ਬੱਦਲ ਫਟਣ ਨਾਲ ਕੁਝ ਪਿੰਡਾਂ 'ਚ ਭਰਿਆ ਪਾਣੀ। ਹਾਲਾਂਕਿ ਕਿਸੇ ਦੇ ਜ਼ਖਮੀ ਹੋਣ ਦਾ ਨਹੀਂ ਸਮਾਚਾਰ। ਚਾਂਗੋ ਅਤੇ ਸ਼ਲਾਕਰ ਪਿੰਡਾਂ 'ਚ ਬੱਦਲ ਫਟਣ ਨਾਲ ਇੱਕ ਪੁਲ, ਇੱਕ ਸ਼ਮਸ਼ਾਨ ਘਾਟ ਅਤੇ ਕਈ ਬਾਗ ਨੁਕਸਾਨੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੈਨਾ ਵਿੱਚ ਅਗਨੀਪਥ ਯੋਜਨਾ ਦੇ ਤਹਿਤ ਭਰਤੀ ਲਈ ਉਮੀਦਵਾਰਾਂ ਦੀ ਜਾਂਚ ਨੂੰ ਲੈ ਕੇ ਵਿਰੋਧੀ ਧਿਰ ਵੱਲੋਂ ਉਠਾਏ ਜਾ ਰਹੇ ਸਵਾਲਾਂ ਤੇ ਦਿੱਤਾ ਸਪਸ਼ਟੀਕਰਨ। ਉਹਨਾਂ ਨੇ ਕਿਹਾ ਕਿ ਕੋਈ ਨਵੀਂ ਵਿਵਸਥਾ ਨਹੀਂ ਕੀਤੀ ਗਈ ਤੇ ਇਹ ਪ੍ਰਣਾਲੀ ਪਹਿਲਾਂ ਤੋਂ ਚੱਲੀ ਆ ਰਹੀ ਹੈ। ਇਹ ਵਿਵਸਥਾ ਆਜ਼ਾਦੀ ਤੋਂ ਪਹਿਲਾਂ ਤੋਂ ਚੱਲੀ ਆ ਰਹੀ ਹੈ, ਇਸ 'ਚ ਕੋਈ ਬਦਲਾਅ ਨਹੀਂ ਆਇਆ। ਮਾਈਨਿੰਗ ਮਾਫੀਆ ਵੱਲੋਂ ਡੀਐਸਪੀ ਨੂੰ ਟਰੱਕ ਥੱਲੇ ਦੇ ਕੇ ਮੌਤ ਦੇ ਘਾਟ ਉਤਾਰਨ ਤੇ ਰਾਜ ਸਭਾ ਮੈਂਬਰ ਰਣਦੀਪ ਸੁਰਜੇਵਾਲ ਦਾ ਬਿਆਨ ਆਇਆ ਸਾਹਮਣੇ। ਸੁਰਜੇਵਾਲ ਨੇ ਸਰਕਾਰ ਤੇ ਹਰਿਆਣਾ ਸਰਕਾਰ ਤੇ ਚੁੱਕੇ ਸਵਾਲ। ਕਿਹਾ ਕਿ ਸਰਕਾਰ ਮਾਈਨਿੰਗ ਮਾਫੀਆ ਨਾਲ ਜੁੜੀ, ਹਰਿਆਣਾ ਮਾਈਨਿੰਗ ਮਾਫੀਆ ਦਾ ਬਣਿਆ ਬਦਨਾਮ ਅੱਡਾ। ਕਿਹਾ ਘਟਨਾ ਤੋਂ ਬਾਅਦ ਸੀਐਮ ਖੱਟਰ ਅਤੇ ਗ੍ਰਹਿ ਮੰਤਰੀ ਅਨਿਲ ਵਿਜ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ। ਬ੍ਰਿਟੇਨ ਦੇ ਅਗਲੇ ਪ੍ਰਧਾਨ ਮੰਤਰੀ ਦੀ ਦੌੜ 'ਚ ਰਿਸ਼ੀ ਸੁਨਕ ਸਭ ਤੋਂ ਅੱਗੇ। ਮੈਦਾਨ ਵਿੱਚ ਸਿਰਫ 4 ਵਿਰੋਧੀ ਬਚੇ। 5 ਸਤੰਬਰ ਤੱਕ ਜੇਤੂ ਉਮੀਦਵਾਰ ਤਤਕਾਲੀ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ ਥਾਂ ਨਵੇਂ ਪ੍ਰਧਾਨ ਮੰਤਰੀ ਵਜੋਂ ਚੁੱਕਣਗੇ ਸਹੁੰ। ਯੂਰਪ ਦੇ ਇਤਿਹਾਸ ਦਾ ਸਭ ਤੋਂ ਗਰਮ ਦਿਨ ਹੋਇਆ ਦਰਜ। ਰੈੱਡ ਅਲਰਟ ਜਾਰੀ। ਹੀਟਵੇਵ ਕਾਰਨ ਮੱਧ ਸਪੇਨ ਵਿੱਚ 43 ਡਿਗਰੀ ਸੈਲਸੀਅਸ ਤਾਪਮਾਨ ਦਰਜ, ਜਿਸ ਕਾਰਨ ਇੰਗਲੈਂਡ ਅਤੇ ਵੇਲਜ਼ ਵਿੱਚ ਵੀ ਤਾਪਮਾਨ 35 ਡਿਗਰੀ ਸੈਲਸੀਅਸ ਤੱਕ ਪਹੁੰਚਿਆ। ਪੱਛਮੀ ਜਪਾਨ 'ਚ ਭਾਰੀ ਮੀਂਹ ਅਤੇ ਹੜ੍ਹ ਦੇ ਖਤਰੇ ਕਾਰਨ ਸਰਕਾਰ ਨੇ 4 ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਦੀ ਦਿੱਤੀ ਸਲਾਹ। ਅਧਿਕਾਰੀਆਂ ਨੇ ਲੋਕਾਂ ਨੂੰ ਭਾਰੀ ਬਾਰਿਸ਼ ਦੇ ਦੌਰਾਨ ਜ਼ਮੀਨ ਖਿਸਕਣ ਅਤੇ ਹੜ੍ਹ ਦੇ ਖਤਰੇ ਦੀ ਚੇਤਾਵਨੀ ਦੌਰਾਨ ਸੁਰੱਖਿਅਤ ਜਗ੍ਹਾ ਜਾਣ ਦੀ ਕੀਤੀ ਅਪੀਲ। ਪਾਕਿਸਤਾਨ 'ਚ ਪੰਜਾਬ ਅਤੇ ਸਿੰਧ ਸਰਹੱਦੀ ਖੇਤਰ ਨੇੜੇ ਸਿੰਧ ਨਦੀ 'ਚ ਇੱਕ ਕਿਸ਼ਤੀ ਪਲਟਣ ਕਾਰਨ ਘੱਟੋ-ਘੱਟ 23 ਲੋਕਾਂ ਦੀ ਮੌਤ, 26 ਲੋਕ ਹੋਏ ਲਾਪਤਾ। ਸਥਾਨਕ ਲੋਕਾਂ ਨੇ 45 ਲੋਕਾਂ ਨੂੰ ਬਚਾਇਆ, ਜਦਕਿ ਲਾਪਤਾ ਲੋਕਾਂ ਨੂੰ ਲੱਭਣ ਲਈ ਬਚਾਅ ਕਾਰਜ ਜਾਰੀ। ਉਹਨਾਂ ਦੱਸਿਆ ਕਿ ਹਾਦਸਾ ਕਿਸ਼ਤੀ 'ਚ ਵੱਧ ਬੈਠਣ ਕਰਕੇ ਵਾਪਰਿਆ। ਤੁਰਕੀ ਦੇ ਰਾਸ਼ਟਰਪਤੀ ਰਸੇਪ ਤਾਇਪ ਇਰਦੋਗਨ ਨੇ ਇੱਕ ਵਾਰ ਫਿਰ ਸਵੀਡਨ ਅਤੇ ਫਿਨਲੈਂਡ ਨੂੰ ਉੱਤਰੀ ਐਟਲਾਂਟਿਕ ਫੈਡਰੇਸ਼ਨ ਵਿੱਚ ਸ਼ਾਮਲ ਨਾ ਹੋਣ ਦੀ ਦਿੱਤੀ ਧਮਕੀ। ਜਾਣਕਾਰੀ ਮੁਤਾਬਕ ਇਰਦੋਗਨ ਨੇ ਕਿਹਾ ਕਿ ਜਦੋਂ ਤੱਕ ਇਹ ਦੋਵੇਂ ਦੇਸ਼ ਤੁਰਕੀ ਫੌਜੀ ਗੱਠਜੋੜ ਦੀਆਂ ਸ਼ਰਤਾਂ ਨੂੰ ਸਵੀਕਾਰ ਨਹੀਂ ਕਰਦੇ, ਸਾਡੀਆਂ ਸ਼ਰਤਾਂ ਨੂੰ ਪੂਰਾ ਕਰਨ ਲਈ ਜ਼ਰੂਰੀ ਕਦਮ ਨਹੀਂ ਚੁੱਕਦੇ, ਉਦੋਂ ਤੱਕ ਅਸੀਂ ਉਹਨਾਂ ਦੇ ਨਾਟੋ 'ਚ ਸ਼ਾਮਲ ਹੋਣ ਤੇ ਲਗਾਵਾਂਗੇ ਰੋਕ। ਬਿਲ ਗੇਟਸ ਵੱਲੋਂ $20 ਅਰਬ ਦਾਨ ਕੀਤੇ ਜਾਣ ਤੋਂ ਬਾਅਦ ਭਾਰਤ ਦੇ ਸਭ ਤੋਂ ਅਮੀਰ ਗੌਤਮ ਅਡਾਨੀ ਦੁਨੀਆ ਦੇ ਅਮੀਰਾਂ ਦੀ ਸੂਚੀ ਵਿੱਚ 4ਥੇ ਨੰਬਰ ਤੇ ਪਹੁੰਚੇ। ਇਸ ਸਬੰਧ ਵਿੱਚ ਬਿਲ ਗੇਟਸ ਨੇ ਕਿਹਾ, ਮੈਂ ਦੁਨੀਆ ਦੇ ਸਭ ਤੋਂ ਅਮੀਰਾਂ ਦੀ ਸੂਚੀ ਵਿੱਚ ਹੇਠਾਂ ਖਿਸਕ ਜਾਵਾਂਗਾ। ਆਖਿਰਕਾਰ ਮੈਂ ਇਸ ਸੂਚੀ ਤੋਂ ਬਾਹਰ ਹੋ ਰਿਹਾ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਨੇ ਪੰਜਾਬ ਜ਼ਿਮਨੀ ਚੋਣ 'ਚ ਜਿੱਤ ਕੀਤੀ ਦਰਜ। ਜਾਣਕਾਰੀ ਮੁਤਾਬਕ ਸ਼ੁਰੂਆਤੀ ਰੁਝਾਨਾਂ 'ਚ PTI ਨੇ ਮੁਲਤਾਨ, ਡੇਰਾ ਗਾਜੀ ਖਾਨ, ਸਾਹੀਵਾਲ ਅਤੇ ਖੁਸ਼ਾਬ 'ਚ ਜਿੱਤ ਕੀਤੀ ਦਰਜ, ਜਦਕਿ 12 ਸੀਟਾਂ ਤੇ ਉਸ ਨੂੰ ਸਪਸ਼ਟ ਬੜਤ ਮਿਲੀ।
रूस यूक्रेन युद्ध ਕਾਰਨ ਨਾ ਸਿਰਫ ਜਨਜੀਵਨ ਪ੍ਰਭਾਵਿਤ ਹੋ ਰਿਹਾ ਸਗੋਂ ਯੂਰਪ ਦੀ ਵੀ ਇੰਨੀ ਦਿਨੀ ਸੂਰਜਮੁਖੀ ਦੇ ਤੇਲ ਨੂੰ ਪਕਾਉਣ ਦੀ ਕਮੀ ਦਾ ਕਰ ਰਿਹਾ ਸਾਹਮਣਾ, ਜਿਸ ਦੇ ਚੱਲਦੇ ਜਰਮਨੀ ਵਿੱਚ ਖਾਣਾ ਪਕਾਉਣ ਵਾਲੇ ਤੇਲ ਦੀ ਬਜਾਏ ਮਿਲ ਰਹੀ ਹੈ ਬੀਅਰ। ਇੱਕ ਪਬ ਨੇ ਸੂਰਜਮੁਖੀ ਦੇ ਤੇਲ ਬਦਲੇ ਬੀਅਰ ਦੀ ਪੇਸ਼ਕਸ਼ ਕੀਤੀ ਸ਼ੁਰੂ। ਇੱਕ ਅਨੋਖੀ ਪੇਸ਼ਕਸ਼ ਤੋਂ ਬਾਅਦ ਬਹੁਤ ਸਾਰੇ ਲੋਕ ਘਰੋਂ ਤੇਲ ਲਿਆ ਕੇ ਬਦਲੇ ਵਿੱਚ ਲੈ ਰਹੇ ਨੇ ਬੀਅਰ। श्रीलंका 'ਚ 20 ਜੁਲਾਈ ਤੱਕ ਚੁਣਿਆ ਜਾਵੇਗਾ ਨਵਾਂ ਰਾਸ਼ਟਰਪਤੀ। ਭਾਰਤ ਨੇ ਮਦਦ ਦਾ ਦਿੱਤਾ ਭਰੋਸਾ। ਕੋਲੰਬੋ ਵਿੱਚ ਭਾਰਤੀ ਹਾਈ ਕਮਿਸ਼ਨ ਗੋਪਾਲ ਬਾਂਗਲੇ ਨੇ ਨਵੇਂ ਰਾਸ਼ਟਰਪਤੀ ਦੀ ਚੋਣ ਲਈ ਸ਼੍ਰੀਲੰਕਾ ਦੀ ਸੰਸਦ ਦੀ ਬੈਠਕ ਤੋਂ ਪਹਿਲਾਂ ਸਪੀਕਰ ਮਹਿੰਦਾ ਯਾਪਾ ਅਬੇਵਰਦਨ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਹੈ ਕਿ ਭਾਰਤ ਸ਼੍ਰੀਲੰਕਾ ਵਿੱਚ ਲੋਕਤੰਤਰ, ਸਥਿਰਤਾ ਅਤੇ ਆਰਥਿਕ ਸੁਧਾਰ ਦਾ ਸਮਰਥਨ ਰੱਖੇਗਾ ਜਾਰੀ। ਮੰਗਲਵਾਰ ਨੂੰ ਸ਼੍ਰੀਲੰਕਾ ਦੇ ਰਾਸ਼ਟਰਪਤੀ ਚੋਣ ਤੋਂ ਠੀਕ ਇੱਕ ਦਿਨ ਪਹਿਲਾਂ ਵਿਰੋਧੀ ਧਿਰ ਦੇ ਨੇਤਾ ਸਾਜਿਦ ਪ੍ਰੇਮਦਾਸਾ ਨੇ ਆਪਣੀ ਨਾਮਜ਼ਦਗੀ ਵਾਪਸ ਲੈਣ ਦਾ ਕੀਤਾ ਐਲਾਨ। ਸ਼੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਦੇ ਬੇਟੇ ਪ੍ਰੇਮਦਾਸਾ ਨੇ ਟਵੀਟ ਕਰਕੇ ਕਿਹਾ, ਸਾਡੇ ਦੇਸ਼ ਦੇ ਭਲੇ ਲਈ ਜਿਸ ਨੂੰ ਬਹੁਤ ਪਿਆਰ ਕਰਦਾ ਹਾਂ, ਮੈਂ ਰਾਸ਼ਟਰਪਤੀ ਲਈ ਆਪਣੀ ਉਮੀਦਵਾਰੀ ਵਾਪਸ ਲੈਂਦਾ। ਬਾਲੀਵੁੱਡ ਤੇ ਸਾਊਥ ਦੀ ਟੱਕਰ ਨਾਲ ਹਿਲੇਗਾ ਬਾਕਸ ਆਫਿਸ। ਸਿਨੇਮਾ ਘਰਾਂ 'ਚ ਰਿਲੀਜ਼ ਹੋਣਗੀਆਂ ਛੇ ਵੱਡੀਆਂ ਫਿਲਮਾਂ ਇਸ ਹਫ਼ਤੇ। ਜਿੱਥੇ ਰਣਬੀਰ ਕਪੂਰ ਫਿਲਮ ਸ਼ਮਸ਼ੇਰਾਂ ਨਾਲ ਪਰਦੇ ਤੇ ਵਾਪਸੀ ਕਰ ਰਹੇ ਨੇ, ਉੱਥੇ ਹੀ ਉਹਨਾਂ ਨੂੰ ਟੱਕਰ ਦੇਣ ਲਈ ਰਜਤ ਕਪੂਰ ਦੀ ਫਿਲਮ ਆਰ ਕੇ ਹੁਣ ਜਾ ਰਹੀ ਹੈ ਰਿਲੀਜ਼। ਇਸ ਤੋਂ ਇਲਾਵਾ ਥੈਂਕ ਯੂ ਮਲਿਆਨ ਕੁੰਜੂ ਵੀ ਮਚਾਉਣਗੀਆਂ ਧਮਾਲ। ਨਿਕ ਜੋਨਸ ਨੇ ਪ੍ਰਿਯੰਕਾ ਚੋਪੜਾ ਨੂੰ ਰੋਮਾਂਟਿਕ ਅੰਦਾਜ਼ 'ਚ ਦਿੱਤੀ ਜਨਮ ਦਿਨ ਦੀ ਵਧਾਈ। ਹੁਣ ਵਾਇਰਲ ਹੋ ਰਹੀਆਂ ਖੂਬਸੂਰਤ ਤਸਵੀਰਾਂ। ਪ੍ਰਿਯੰਕਾ ਆਪਣੇ ਜਨਮ ਦਿਨ ਤੇ ਪਤੀ ਨਿਕ ਨਾਲ ਸੀ ਅਤੇ ਇਸ ਦੌਰਾਨ ਦੋਵਾਂ ਨੇ ਇੱਕ ਪ੍ਰਾਈਵੇਟ ਪਾਰਟੀ ਰੱਖੀ। ਤਸਵੀਰਾਂ 'ਚ ਪ੍ਰਿਯੰਕਾ ਤੇ ਨਿਕ ਰੋਮਾਂਟਿਕ ਅੰਦਾਜ਼ 'ਚ ਆ ਰਹੇ ਨੇ ਨਜ਼ਰ। ਐਕਟਰ ਨੇ ਵਕੀਲ ਬਣਨਾ ਚਾਹੁੰਦੇ ਸਨ ਡਾਕਟਰ ਸਟ੍ਰੇਂਜ, ਇਸ ਵਜ੍ਹਾ ਨਾਲ ਭਾਰਤ 'ਚ ਵੀ ਰਹੇ ਸਨ 1 ਸਾਲ। ਬੈਨੇਡਿਕਟ ਕੰਬਰਬੈਚ ਨੇ ਭਾਰਤ ਵਿੱਚ ਲਗਭਗ 1 ਸਾਲ ਬਿਤਾਇਆ। ਇਸ ਦੌਰਾਨ ਉਹਨਾਂ ਸਮਾਜ ਸੇਵਾ ਕਰਨ ਦੀ ਵੀ ਸੋਚੀ ਅਤੇ ਭਾਰਤ ਦੇ ਦਾਰਜੀਲਿੰਗ 'ਚ ਇੱਕ ਤਿੱਬਤੀ ਮੱਠ 'ਚ ਲੋਕਾਂ ਨੂੰ ਅੰਗਰੇਜ਼ੀ ਸਿਖਾਉਣ ਦਾ ਵੀ ਲਿਆ ਫੈਸਲਾ। ਫਿਲਮ ਰਕਸ਼ਾ ਬੰਧਨ ਦਾ ਗਾਣਾ ਡਨ ਕਰ ਦੋ ਹੋਇਆ ਰਿਲੀਜ਼। ਗਾਣੇ 'ਚ ਸ਼ੇਰਾਂਵਾਲੀ ਦੇ ਦਰਬਾਰ 'ਚ ਝੂਮਦੇ ਹੋਏ ਨਜ਼ਰ ਆਏ ਅਕਸ਼ੇ ਕੁਮਾਰ। ਇਸ ਗਾਣੇ ਨੂੰ ਲੈ ਕੇ ਫੈਨਸ ਦੇ ਵਿੱਚ ਕਾਫੀ ਦਿਲਚਸਪੀ। ਦੱਸ ਦਈਏ ਕਿ ਅਕਸ਼ੇ ਦੀ ਇਹ ਫਿਲਮ ਦਾਜ ਦੇ ਉੱਤੇ ਆਧਾਰਿਤ। ਮਸ਼ਹੂਰ ਗਾਇਕ ਭੁਪਿੰਦਰ ਸਿੰਘ ਦਾ 82 ਸਾਲ ਦੀ ਉਮਰ 'ਚ ਹੋਇਆ ਦੇਹਾਂਤ। ਮੁੰਬਈ 'ਚ ਲਿਆ ਅੰਤਿਮ ਸਾਹ। ਭੁਪਿੰਦਰ ਸਿੰਘ ਦੇ ਦੇਹਾਂਤ ਦੀ ਖਬਰ ਉਹਨਾਂ ਦੀ ਪਤਨੀ ਗਾਇਕਾ ਮਿਤਾਲੀ ਸਿੰਘ ਨੇ ਕੀਤੀ ਸਾਂਝੀ। ਦੱਸਿਆ ਉਹ ਕੁਝ ਸਮੇਂ ਤੋਂ ਸਿਹਤ ਸਮੱਸਿਆਵਾਂ ਨਾਲ ਚੱਲ ਰਹੀ ਸੀ ਪਰੇਸ਼ਾਨ। ਈਵੀਐਮ ਨੇ ਭਾਰਤ 'ਚ ਲਾਂਚ ਕੀਤੇ ਨਵੇਂ ਇਲੈਕਟ੍ਰਿਕ ਸਕੂਟਰ। ਬੈਟਰੀ ਨਾਲ ਚੱਲਣ ਵਾਲੇ ਇਹਨਾਂ ਸਕੂਟਰਾਂ ਦੀ ਐਕਸ ਸ਼ੋਰੂਮ ਵਿੱਚ ਕੀਮਤ 1.44 ਲੱਖ ਰੁਪਏ ਤੋਂ ਸ਼ੁਰੂ 2.16 ਲੱਖ ਰੁਪਏ ਤੱਕ। ਰੁਪਈਆ ਸ਼ੁਰੂਆਤੀ ਕਾਰੋਬਾਰ 'ਚ 7 ਪੈਸੇ ਟੁੱਟ ਕੇ 80.05 ਦੇ ਰਿਕਾਰਡ ਸਤਰ ਤੇ ਪਹੁੰਚਿਆ। ਅੰਤਰ ਬੈਂਕ ਵਿਦੇਸ਼ੀ ਮੁੰਦਰਾ ਬਾਜ਼ਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਈਆ 80 ਤੇ ਖੁੱਲਿਆ, ਪਰ ਕੁਝ ਹੀ ਸਮੇਂ 'ਚ 80.05 ਦੇ ਪੱਧਰ ਤੇ ਆ ਗਿਆ। ਇਹ ਪਿਛਲੀ ਕੀਮਤ ਦੇ ਮੁਕਾਬਲੇ 7 ਪੈਸੇ ਦੀ ਕਮਜ਼ੋਰੀ ਨੂੰ ਦਰਸਾਉਂਦਾ ਹੈ। ਸਿਰਫ 22,000 'ਚ ਕਾਰ ਲੈ ਜਾ ਸਕਦੇ ਹੋ। 32 ਦਾ ਮਾਈਲੇਜ ਦੇਣ ਵਾਲੀ ਕਾਰ ਮਾਰੂਤੀ ਸੁਜ਼ੂਕੀ ਦੀ ਵੈਗਨ ਕਾਰ ਮਾਡਲ ਕਾਰ ਕਰੇਗੀ ਤੁਹਾਡੇ ਸੁਪਨੇ ਸਾਕਾਰ। ਮਾਰੂਤੀ ਵੈਗਨ ਆਰ 'ਚ ਕੰਪਨੀ ਨੇ 1197 ਸੀਸੀ ਦਾ ਇੰਜਨ ਲਗਾਇਆ ਹੈ, 113 ਐਨਐਮ ਦਾ ਟਾਰਕ ਅਤੇ 81.80 bhp ਦੀ ਪਾਵਰ ਕਰ ਸਕਦਾ ਹੈ ਜਨਰੇਟ। ਸੈਂਸੈਕਸ 260 ਅੰਕ ਹੇਠਾਂ, ਨਿਫਟੀ 16,250 ਤੋਂ ਹੇਠਾਂ। ਸੋਮਵਾਰ ਨੂੰ ਚੰਗੀ ਸ਼ੁਰੂਆਤ ਦੇ ਬਾਵਜੂਦ ਅਮਰੀਕੀ ਬਾਜ਼ਾਰ ਫਿਸਲ ਕੇ ਹੋਏ ਬੰਦ। ਡਾਓ ਜੋਨਸ 600 ਅੰਕ ਟੁੱਟ ਕੇ ਦਿਨ ਦੇ ਹੇਠਲੇ ਪੱਧਰ ਤੇ ਹੋਇਆ ਬੰਦ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਸਾਊਦੀ ਅਰਬ ਦੌਰੇ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ 'ਚ ਵੀ ਹੋਇਆ ਵਾਧਾ। ਆਫ-ਰੋਡਿੰਗ ਦੇ ਦੀਵਾਨਿਆਂ ਲਈ ਹੀਰੋ ਦੀ ਨਵੀਂ ਐਡਵੈਂਚਰ ਬਾਈਕ ਲਾਂਚ। ਹੀਰੋ ਮੋਟੋਕਾਰਪ ਨੇ ਭਾਰਤੀ ਬਾਜ਼ਾਰ 'ਚ ਐਕਸਪਲਸ 200 4V ਰੈਲੀ ਐਡੀਸ਼ਨ ਨੂੰ ਕੀਤਾ ਲਾਂਚ। ਇਸ ਦੀ ਐਕਸ ਸ਼ੋਰੂਮ ਕੀਮਤ 1.52 ਲੱਖ ਰੁਪਏ ਰੱਖੇਗੀ। ਇਸ ਦੀ ਪ੍ਰੀ ਬੁਕਿੰਗ 22 ਜੁਲਾਈ ਨੂੰ ਦੁਪਹਿਰ 12 ਵਜੇ ਤੋਂ ਹੋਵੇਗੀ ਸ਼ੁਰੂ। 4 ਸਾਲ ਦੇ ਬੇਟੇ ਦੀ ਮਾਂ ਫਰੇਜ਼ਰ ਬਣੀ ਦੁਨੀਆ ਦੀ ਸਭ ਤੋਂ ਤੇਜ਼ ਦੌੜਾਕ। 5ਵੀਂ ਵਾਰ ਬਣੀ ਵਿਸ਼ਵ ਵਿਜੇਤਾ। 14 ਸਾਲ ਪਹਿਲਾਂ ਬੀਜਿੰਗ ਵਿੱਚ ਪਹਿਲੀ ਵਾਰ ਜਿੱਤਿਆ ਸੀ ਓਲੰਪਿਕ ਤਗਮਾ। ਮਾਂ ਬਣਨ ਤੋਂ ਬਾਅਦ 4 ਸਾਲ ਬਾਅਦ ਫਿਰ ਜਿੱਤਿਆ ਸੋਨ ਤਗਮਾ। ਅਨੀਸ਼ ਰਿਦਮ ਦੀ ਜੋੜੀ ਨੇ ਰੋਸ਼ਨ ਕੀਤਾ ਦੇਸ਼ ਦਾ ਨਾਮ। 25 ਮੀਟਰ ਰੈਪਿਡ ਫਾਇਰ ਪਿਸਟਲ 'ਚ ਜਿੱਤਿਆ ਕਾਸੀ ਦਾ ਤਗਮਾ। ਭਾਰਤੀ ਜੋੜੀ ਨੇ ਸੋਮਵਾਰ ਨੂੰ ਕਾਸੀ ਦੇ ਤਗਮੇ ਦੇ ਮੈਚ ਵਿੱਚ ਚੈਕ ਗਣਰਾਜ ਨੂੰ 16-12 ਨਾਲ ਹਰਾ ਕੇ ਭਾਰਤ ਨੂੰ ਆਪਣਾ 14ਵਾਂ ਤਗਮਾ ਜਿਤਾਇਆ। 3000 ਮੀਟਰ ਸਟੀਪਲ ਚੇਂਜ ਮੈਡਲ ਜਿੱਤਣ ਤੋਂ ਖੁੰਝੇ ਅਵਿਨਾਸ਼। 11ਵਾਂ ਸਥਾਨ ਕੀਤਾ ਹਾਸਲ। ਅਵਿਨਾਸ਼ ਨੇ 8 ਮਿੰਟ 31 ਸੈਕਿੰਡ ਆਪਣੀ ਰੇਸ ਕੀਤੀ ਪੂਰੀ, ਜਦਕਿ ਸੋਫੀਨ ਇਲਬਕਾਲੀ ਨੇ ਸੋਨ ਤਗਮਾ ਜਿੱਤ ਕੇ ਨਾਮ ਕੀਤਾ ਰੋਸ਼ਨ। ਬਿਊਮੋਰ ਦੀ ਸੈਂਚੁਰੀ ਦੀ ਬਦੌਲਤ ਇੰਗਲੈਂਡ ਨੇ ਦਰਜ ਕੀਤੀ ਜਿੱਤ। ਅਫਰੀਕਾ ਖਿਲਾਫ ਸੀਰੀਜ਼ 3-0 ਨਾਲ ਜਿੱਤੀ। ਇੰਗਲੈਂਡ ਦੇ ਸਿਖਰਲੇ ਕ੍ਰਮ ਦੀ ਬੱਲੇਬਾਜ਼ ਟੈਮੀ ਬਿਊਮੋਰ ਨੇ ਆਪਣਾ 9ਵਾਂ ਇੱਕ ਰੋਜ਼ਾ ਅੰਤਰਰਾਸ਼ਟਰੀ ਸ਼ਤਕ ਲਗਾਇਆ। ਵੈਸਟ ਇੰਡੀਜ਼ ਦੇ ਬੱਲੇਬਾਜ਼ ਲੈਂਡਲ ਸਿਮਸ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ। ਇਸ ਗੱਲ ਦੀ ਜਾਣਕਾਰੀ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾ ਕੇ ਦਿੱਤੀ।